ਤੁਸੀਂ ਦੇਖ ਰਹੇ ਹੋ ਪੰਜਾਬੀ ਪੋਟਲੀ ਤੇ ਮੈਂ ਆ ਮਿਸਟਰ ਕਮਾਲ। ਜਿਹੜਾ ਅੱਜ ਦਾ ਪਿਆਰ ਹੁੰਦਾ ਹੈ ਉਹ ਬਹੁਤ ਹੀ ਛੋਟੀ ਛੋਟੀ ਗੱਲਾਂ ਦੇ ਟੁੱਟ ਜਾਂਦਾ ਹੈ, ਕਿਸੇ ਦਾ ਕਾਫੀ ਪਿੱਛੇ ਤੇ ਕਿਸੇ ਦਾ ਸ਼ਾਪਿੰਗ ਪਿੱਛੇ। ਪਰ ਬਹੁਤ ਹੀ ਘੱਟ ਲੋਕ ਹੁੰਦੇ ਨੇ ਜਿਹੜੇ ਪਿਆਰ ਨੂੰ ਜ਼ਿੰਦਾ ਰੱਖ ਪਾਉਂਦੇ ਨੇ ਤੇ ਇੱਕ ਪਿਆਰ ਦੇ ਵਿੱਚ ਇੱਕ ਮਿਸਾਲ ਕਾਇਮ ਕਰ ਪਾਉਂਦੇ ਨੇ। ਸੋ ਇੱਕ ਐਦਾਂ ਦੇ ਹੀ ਇਨਸਾਨ ਨੂੰ ਅੱਜ ਆਪਾਂ ਮਿਲਣ ਆਏ ਹੋਏ ਹਾਂ ਕਿ ਜਿਹਨੇ ਪਿਆਰ ਦੇ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ। ਜੀ ਹਾਂ, ਅੱਜ ਆਪਾਂ ਚੰਡੀਗੜ੍ਹ ਪਹੁੰਚੇ ਹੋਏ ਹਾਂ ਤੇ ਆਓ ਤੁਹਾਨੂੰ ਮਿਲਵਾਉਂਦੇ ਹਾਂ ਤੇ ਉਹ ਕੀ ਹੈ ਮਿਸਾਲ ਤੇ ਉਹਦੀ ਸਾਰੀ ਕੀ ਕਹਾਣੀ ਹੈ ਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਅੱਜ। मुझको इस रात की तन्हाई में आवाज न दो, आवाज न दो, जिसकी आवाज रुला दे मुझको वो साज न दो, आवाज न दो। रोशनी हो न सके दिल भी जलाया मैंने, तुझको भूला ही नहीं लाख भुलाया मैंने। छिप गए हो तो मुझे याद भी आया न करो, आवाज न दो, ਹਾਈ ਸਤਿ ਸ਼੍ਰੀ ਅਕਾਲ ਜੀ, ਮੈਂ ਮਿਸਟਰ ਕਮਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਪੋਟਲੀ ਤੇ ਅੱਜ ਆਪਾਂ ਆਪਣੀ ਕਹਾਣੀ ਦੇ ਵਿੱਚ ਇੱਕ ਬਹੁਤ ਹੀ ਖਾਸ ਸ਼ਖਸ ਨੂੰ ਮਿਲਣ ਆਏ ਹੋਏ ਹਾਂ ਜਿਨ੍ਹਾਂ ਦਾ ਨਾਮ ਹੈ ਵਿਜੇ ਕੁਮਰਾ ਜੀ। ਇਹਨਾਂ ਦੀ ਕਹਾਣੀ ਬਾਕੀ ਦੁਨੀਆ ਨਾਲੋਂ ਬਹੁਤ ਅਲੱਗ ਹੈ। ਬੇਸ਼ੱਕ ਇੱਕ ਪਿਆਰ ਕਰਨ ਵਾਲੇ ਸ਼ਾਹਜਹਾਨ ਨੇ ਆਪਣੀ ਵਾਈਫ ਵਾਸਤੇ, ਆਪਣੇ ਪਿਆਰ ਵਾਸਤੇ ਤਾਜ ਮਹਿਲ ਬਣਵਾਇਆ, ਪਰ ਵਿਜੇ ਕੁਮਰਾ ਜੀ ਦਾ ਇਸ ਤੋਂ ਬਹੁਤ ਹੀ ਅਲੱਗ ਇਮੋਸ਼ਨ ਤੇ ਬਹੁਤ ਹੀ ਅਲੱਗ ਤੇ ਬਹੁਤ ਹੀ ਖਾਸ ਇਮੋਸ਼ਨ ਹੈ। ਕਹਿੰਦੇ ਕਿ ਅੱਜ ਦੀ ਤਰੀਕ ਦੇ ਵਿੱਚ ਪਿਆਰ ਖਤਮ ਹੋ ਚੁੱਕਿਆ ਹੈ ਤੇ ਹਰ ਕੋਈ ਇਸ ਗੱਲ ਦੀ ਭਾਲ ਦੇ ਵਿੱਚ ਹੁੰਦਾ ਹੈ ਕਿ ਪਿਆਰ ਹੈ ਜਾਂ ਨਹੀਂ ਹੈ। ਪਰ ਵਿਜੇ ਕੁਮਰਾ ਜੀ ਨੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਸੋ ਆਓ ਗੱਲ ਕਰੀਏ ਆਪਾਂ ਇਹਨਾਂ ਨਾਲ ਕਿ ਇਹ ਮਿਸਾਲ ਅੱਜ ਵੀ ਕਿਵੇਂ ਇਹਨਾਂ ਨੇ ਕਾਇਮ ਕਰਕੇ ਰੱਖੀ ਹੈ। ਅੱਜ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਪਹਿਲਾਂ ਤਾਂ ਤੁਹਾਡੇ ਆਇਆਂ ਦਾ ਬਹੁਤ ਸਵਾਗਤ ਹੈ। ਤੁਹਾਡੇ ਪੈਰਾਂ ਦੀ ਮਿੱਟੀ ਦੇ ਨਾਲ ਮੇਰੇ ਮੱਥੇ 'ਤੇ ਕੋਈ ਸਕੂਨ ਮਿਲੇਗਾ। ਦੇਖੋ, ਪਿਆਰ ਕੀਤਿਆਂ ਨਹੀਂ ਹੁੰਦਾ, ਇਹ ਹੋ ਜਾਂਦਾ ਹੈ। ਜਿਸ ਦਿਨ ਮੇਰਾ ਇਹਦੇ ਨਾਲ ਵਿਆਹ ਹੋਇਆ ਸੀ ਉਸ ਦਿਨ ਹੀ ਇਹ ਮੇਰੇ ਨਾਲ ਬਹੁਤ ਪਿਆਰ ਸੀ। ਮੈਂ ਇਹਨੂੰ ਇੱਕੋ ਵਾਰੀ ਦੇਖਿਆ, ਪਹਿਲੀ ਵਾਰੀ ਦੇਖਿਆ, ਅਰੇਂਜਡ ਮੈਰਿਜ ਸੀ। ਇਹਦੇ ਵਰਗੀ ਸਾਫ ਸੁਥਰੀ ਠੰਡੀ ਸੁਭਾਅ ਦੀ ਔਰਤ ਇਸ ਧਰਤੀ 'ਤੇ ਪੈਦਾ ਨਹੀਂ ਹੋ ਸਕਦੀ। ਕਦੀ ਵੀ ਸਾਡੀ 47 ਸਾਲ ਦੇ ਵਿਆਹ ਦੇ ਵਿੱਚ ਤੂੰ ਮੈਂ ਨਹੀਂ ਹੋਈ। ਮੈਂ ਕਹਿ ਸਕਦਾ ਵੀ ਧਰਤੀ 'ਤੇ ਮੇਰੇ ਵਰਗਾ ਪਿਆਰ ਜਾਂ ਮੇਰੇ ਵਰਗੀ ਬੀਵੀ ਕਿਸੇ ਨੂੰ ਨਹੀਂ ਮਿਲ ਸਕਦੀ। ਮੇਰੇ ਕੋਲੋਂ ਚਲੀ ਗਈ, ਮੈਨੂੰ ਇਕੱਲਾ ਕਰ ਗਈ। ਮੈਂ ਬਹੁਤ ਪਰੇਸ਼ਾਨ ਹਾਂ ਇਸ ਵੇਲੇ। ਮੈਂ ਚਾਹੁੰਦਾ ਵੀ ਕਿਸੇ ਤਰ੍ਹਾਂ ਵਾਹਿਗੁਰੂ ਮੈਨੂੰ ਚੱਕ ਕੇ ਲੈ ਜੇ, ਮੈਨੂੰ ਇਹਦੇ ਨਾਲ ਉੱਪਰ ਮਿਲਾ ਦੇ। ਮੇਰਾ ਇੱਕ ਦਿਲੀ ਖੁਆਇਸ਼ ਹੈ। ਇੱਥੇ ਮੇਰਾ ਜੀਣ ਨੂੰ ਦਿਲ ਨਹੀਂ ਕਰਦਾ, ਲੇਕਿਨ ਮਜਬੂਰੀ ਹੈ। ਖੁਦਕਸ਼ੀ ਮੈਂ ਕਰ ਨਹੀਂ ਸਕਦਾ ਕਿਉਂਕਿ ਕਾਨੂੰਨਨ ਜੁਰਮ ਹੈ। ਤੁਸੀਂ ਆਪ ਸੋਚੋ ਵੀ ਇਕੱਲੇ ਆਦਮੀ ਦਾ ਜੀਣਾ ਕਿੰਨਾ ਕੁ ਭਾਰੀ ਹੁੰਦਾ ਹੈ। ਇਕੱਲੀ ਕਾਮਨੈਸ ਨੂੰ ਖਾ ਜਾਂਦੀ ਹੈ ਜਿਹੜੀ ਤੁਹਾਡੀ ਇਕੱਲਾਪਨ ਹੈ। ਅਤੇ ਮੈਂ ਤਾਂ ਇਹੀ ਕੁਝ ਬਿਆਨ ਕਰ ਸਕਦਾ ਜੋ ਮੇਰੇ ਕੋਲ ਹੈ। ਬਾਕੀ ਬਹੁਤ ਵਧੀਆ ਕਰਦੀ ਸੀ, ਬਹੁਤ ਵਧੀਆ ਔਰ ਬੇਇੰਤਹਾ ਖੂਬਸੂਰਤ ਸੀ। ਤੁਸੀਂ ਇਹਦੇ ਕਾਲਜ ਦੇ ਵਿੱਚ ਦੇਖੋ, ਮਾਰਬਲ ਦਾ ਮੈਂ ਸਟੈਚੂ ਬਣਵਾ ਕੇ ਲਿਆਇਆ ਸਿਰਫ ਇੱਕ ਦਿਲੀ ਖੁਆਇਸ਼ ਵਾਸਤੇ। ਮੈਨੂੰ ਸਾਰੇ ਪੁੱਛਦੇ ਵੀ ਹੈ, ਮੇਰੇ ਰਿਸ਼ਤੇਦਾਰ ਵੀ ਪੁੱਛਦੇ ਆ, ਤੇ ਤੋਂ ਬਾਅਦ ਇਹਦਾ ਕੀ ਬਣੇਗਾ। ਮੈਂ ਕਿਹਾ ਜਿਹੜੇ ਮੇਰੀ ਜਾਇਦਾਦ ਸੰਭਾਲਣਗੇ, ਜਿਹੜਾ ਮੇਰਾ ਕੋਈ ਮਾਲ ਮਤਾ ਸੰਭਾਲਣਗੇ, ਇਹਨੂੰ ਵੀ ਸੰਭਾਲਦੇ ਰਹਿਣਗੇ, ਨਹੀਂ ਸੰਭਾਲਣਗੇ ਨਾ ਸਹੀ, ਇਹ ਉਹਨਾਂ ਦੀ ਮਰਜ਼ੀ ਹੈ। ਹੋਰ ਤੁਸੀਂ ਦੱਸੋ ਮੇਰੇ ਕੋਲ ਕੀ ਪੁੱਛ। ਨਹੀਂ ਸਰ, ਬਿਲਕੁਲ ਤੁਸੀਂ ਸਹੀ ਗੱਲ ਦੱਸੀ ਕਿ ਇਕੱਲਾਪਨ ਕੱਟਣਾ ਬਹੁਤ ਮੁਸ਼ਕਿਲ ਹੁੰਦਾ ਹੈ। ਸਰ, ਜਦੋਂ ਮੈਮ ਨਾਲ ਹੁੰਦੇ ਸੀਗੇ ਤਾਂ ਉਦੋਂ ਦੀ ਕੋਈ ਖਾਸ ਇਹੋ ਜਿਹੀ ਯਾਦ ਤੁਹਾਡੇ ਅੱਜ ਵੀ ਜ਼ਿਹਨ ਦੇ ਵਿੱਚ ਹੋਵੇ, ਯਾਦ ਕਰਕੇ ਕਦੇ ਹੱਸ ਪੈਂਦੇ ਹੋਵੋ ਜੀ? ਸਾਰੇ ਨਹੀਂ, ਹਾਸਾ ਤਾਂ ਨਹੀਂ ਆਉਂਦਾ ਕਦੀ ਵੀ ਮੇਰੇ ਕੋਲ ਯਾਦ ਕਰਕੇ। ਬਾਕੀ ਇਹ ਵੀ ਦੁੱਖ ਜ਼ਰੂਰ ਹੁੰਦਾ, ਅਫਸੋਸ ਜ਼ਰੂਰ ਹੁੰਦਾ। ਦਿਨ ਰਾਤ ਯਾਦ ਕਰਦਾ ਮੈਂ ਉਹਨੂੰ। ਰਾਤ ਪੈਂਦੀ ਹੈ ਤਾਂ ਯਾਦ ਹੈ, ਦਿਨ ਹੈ ਤਾਂ ਯਾਦ ਹੈ। ਹੁਣ ਤਾਂ ਵੀ ਉਹ ਮੇਰੇ ਅੰਦਰ ਹੀ ਹੈ, ਮੈਂ ਕੋਲ ਹੀ ਬੈਠਾ ਹਾਂ ਅਤੇ ਮੇਰੇ ਕੋਲ ਉਹ ਗਈ ਤਾਂ ਨਹੀਂ ਹੈ ਇਸ ਤਰ੍ਹਾਂ। ਲੇਕਿਨ ਤੁਸੀਂ ਦੇਖੋ ਕਿਤਾਬਾਂ ਦੇ ਵਿੱਚ ਵੀ ਮੁਸਕਰਾਉਂਦੀ, ਹੱਸਦੀ ਖੇਡਦੀ, ਮਤਲਬ ਉਹਨੇ ਕਹਿ ਸਕਦੇ ਹਾਂ ਵੀ 70 ਸਾਲ ਦੀ ਉਮਰ ਦੇ ਵਿੱਚ ਜੋ 69 ਸਾਲ ਦੀ ਉਮਰ 'ਚ ਉਹਦੀ ਮੌਤ ਹੋਈ ਹੈ।
ਉਹ ਖੇਡਦਿਆਂ ਹੀ ਗਈ ਹੈ। ਉਹਨੇ ਇੱਕ ਦਿਨ ਵੀ ਇਹ ਨਹੀਂ ਕਿਹਾ ਵੀ ਮੈਨੂੰ ਬਲੱਡ ਕੈਂਸਰ ਹੈ, ਮੈਨੂੰ ਕੋਈ ਤਕਲੀਫ ਹੈ। 30 ਕੈਮੋ ਦੇ ਟੀਕੇ ਲੱਗੇ ਆ ਉਹਨੂੰ, ਤੁਸੀਂ ਹਿਸਾਬ ਲਾਓ ਵੀ ਕਿੰਨੀ ਕੁ ਤਕਲੀਫ ਦਿੰਦਾ ਇੱਕ ਕੈਮੋ ਦਾ ਟੀਕਾ। ਲੇਕਿਨ ਉਸਨੇ ਕਦੀ ਪਰਵਾਹ ਹੀ ਨਹੀਂ ਸੀ ਕੀਤੀ। ਹਸਪਤਾਲ 'ਚ ਟੀਕਾ ਲੱਗ ਰਿਹਾ ਹੁੰਦਾ ਸੀਗਾ, ਉਹ ਹੱਸਦੀ ਹੁੰਦੀ ਸੀ ਮਰੀਜ਼ਾਂ ਦੇ ਨਾਲ, ਅਤੇ ਲੋਕ ਵੀ ਦੇਖਦੇ ਸੀ ਇਹ ਕਿੱਦਾਂ ਦੀ ਜਨਾਨੀ ਹੈ ਵੀ ਇਹ ਕੈਮੋ ਦਾ ਟੀਕਾ ਲੱਗ ਰਿਹਾ, ਇੰਨੀ ਪੇਨ ਹੁੰਦੀ ਹੈ, ਇਹ ਹੱਸਣ ਡਈ ਹੈ। ਅਤੇ ਸੋ ਇਹ ਜਿਹੜੀ ਕਿਸਮਤ ਦੇ ਵਿੱਚ ਜੋ ਜਿਹਨੂੰ ਮਿਲਣਾ ਹੁੰਦਾ ਉਹੀ ਮਿਲਦਾ, ਨਾ ਵੱਧ ਮਿਲਦਾ ਨਾ ਘੱਟ ਮਿਲਦਾ, ਉਹੀ ਮਿਲਦਾ ਜੋ ਉਹਦਾ ਲਈ। ਸਰ ਮੈਨੂੰ ਲੱਗਦਾ ਜਿੱਦਾਂ ਤੁਸੀਂ ਮੈਮ ਬਾਰੇ ਦੱਸ ਰਹੇ ਹੋ, ਮੈਮ ਜਿਵੇਂ ਦੇ ਵੀ ਹਾਲਾਤ 'ਚ ਹੁੰਦੇ ਸੀ ਉਹ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਹੁੰਦੇ ਸੀ ਅਤੇ ਪੋਜ਼ੀਟਿਵ ਰਹਿੰਦੇ ਸੀ। ਬਿਲਕੁਲ, ਉਹ ਹਰ ਪਲ ਵਿੱਚ ਪਰਮਾਤਮਾ ਦੇ ਰਜ਼ਾ ਦੇ ਵਿੱਚ ਰਾਜ਼ੀ ਸੀਗੀ, ਔਰ ਉਹ ਕਦੀ ਉਸ ਤੋਂ ਬਾਹਰ ਨਹੀਂ ਗਈ, ਕਦੀ ਵੀ ਉਸ ਤੋਂ ਬਾਹਰ ਨਹੀਂ ਗਈ ਕਦੀ। ਮੈਮ ਜਦੋਂ ਤੁਹਾਡੇ ਨਾਲ ਸਾਥ ਮਿਲਿਆ ਉਸ ਤੋਂ ਪਹਿਲਾਂ ਮੈਮ ਕਿੱਥੋਂ ਸੀਗੇ ਜੀ, ਕਿੱਥੇ ਰਹਿਣ ਵਾਲੇ ਸੀਗੇ? ਇਹ ਅੰਮ੍ਰਿਤਸਰ ਦੀ ਸੀ ਜੀ, ਅਤੇ ਮੈਂ ਕਹਿ ਸਕਦਾ ਵੀ ਮੇਰੇ ਸਾਲੇ ਨੇ ਰਿਸ਼ਤਾ ਕਰਾਇਆ ਸੀਗਾ। ਬਸ ਮੈਂ ਗਾਂ ਵੀ ਆਪਣੇ ਬੱਚੇ, ਮੇਰੇ ਉਹ 2 ਬੱਚੇ ਮੈਨੂੰ 3 ਦਿੱਤੇ ਨੇ, ਇੱਕ ਕੁੜੀ 2 ਮੁੰਡੇ। ਉਹ ਬੱਚੇ ਵੀ ਮੈਂ ਇਸ ਤਰ੍ਹਾਂ ਹੀ ਵਿਆਹੇ ਆ ਜਿਸ ਤਰ੍ਹਾਂ ਮਤਲਬ ਦੇਖੀ ਅਤੇ ਕਾਰ 'ਚ ਬਿਠਾ ਕੇ ਲਿਆਇਆ। ਨਾ ਮੈਂ ਕਿਸੇ ਕੋਲ ਚੁਆਨੀ ਲਈ, ਨਾ ਸ਼ਗਨ ਵੀ ਨਹੀਂ ਲਿਆ, ਮਤਲਬ ਤੁਸੀਂ ਸਮਝ ਸਕਦੇ ਹੋ। ਬਾਕੀ ਠੀਕ ਹੈ, ਦੁਨੀਆ ਚੱਲ ਰਹੀ ਹੈ, ਮੈਂ ਵੀ ਇੱਕ ਦਿਨ ਚਲੇ ਜਾਣਾ। ਬਾਅਦ 'ਚ ਕੀ ਹੋਏਗਾ ਕੀ ਨਹੀਂ, ਆ ਜਿਹੜੀਆਂ ਤੁਸੀਂ ਰਿਕਾਰਡਿੰਗਾਂ ਕਰ ਰਹੇ ਹੋ, ਜਿਹੜਾ ਇੰਟਰਵਿਊ ਲੈ ਰਹੇ ਹੋ, ਇਹ ਯਾਦਾਂ ਹੈ। ਇਹ ਹੋ ਸਕਦਾ ਕੋਈ ਜਿਹਦਾ ਕਿਸੇ ਦਿਲ 'ਚ ਹੋਵੇ, ਕਿਸੇ ਮੇਰੇ ਮਿੱਤਰ ਨੂੰ ਦਿਲ ਆਵੇ, ਖੋਲ੍ਹ ਕੇ ਦੇਖ ਲਵੇ, ਪੜ੍ਹ ਲਵੇ, ਅਤੇ ਬਸ ਇਹੋ ਜਿਹੀਆਂ ਹੀ ਗੱਲਾਂ ਨੇ। ਤੁਸੀਂ ਮੇਰੇ 'ਤੇ ਬਹੁਤ ਵੱਡਾ ਅਹਿਸਾਨ ਕਰ ਰਹੇ ਹੋ। ਇਹ ਤੁਸੀਂ ਮੇਰੀ ਇੰਟਰਵਿਊ ਮਤਲਬ ਨਿਊਜ਼ ਚੈਨਲ 'ਤੇ ਚਲਾ ਰਹੇ ਹੋ, ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਹਰ ਬੰਦਾ ਕਿਸੇ ਨਿਊਜ਼ ਚੈਨਲ 'ਚ ਨਹੀਂ ਆ ਸਕਦਾ, ਅਤੇ ਤੁਹਾਡਾ ਵੀ ਅਹਿਸਾਨ ਮੈਂ ਆਪਣੇ ਸਿਰ 'ਤੇ ਚੱਕਿਆ ਹੈ। ਮੈਂ ਸਿਰ ਮੱਥਾ ਨਵਾਉਣਾ ਤੁਹਾਨੂੰ। ਨਹੀਂ ਸਰ, ਬਿਲਕੁਲ। ਜਦ ਕੋਈ ਇਨਸਾਨ ਕੁਝ ਕਰਦਾ ਹੈ ਤਾਂ ਆਟੋਮੈਟਿਕਲੀ ਉਹ ਦੁਨੀਆ ਦੇ ਵਿੱਚ ਚਰਚਾ ਦਾ ਕਾਰਨ ਬਣ ਜਾਂਦਾ ਹੈ। ਅਤੇ ਸਰ ਮੈਂ ਥੋੜ੍ਹਾ ਜਿਹਾ ਜਾਣਨਾ ਚਾਹੂੰਗਾ ਕਿ ਬਹੁਤ ਦੁਨੀਆ ਹੈ ਅਤੇ ਬਹੁਤ ਦੁਨੀਆ ਚਲੇ ਜਾਂਦੀ ਹੈ ਇਸ ਦੁਨੀਆ ਤੋਂ, ਕੋਈ ਕਿਸੇ ਵਾਸਤੇ ਇੰਨਾ ਵੱਡਾ ਸਟੈਪ ਨਹੀਂ ਚੱਕਦਾ, ਅਤੇ ਉਹ ਜਿਹੜੇ ਚੱਕਦੇ ਨੇ ਉਹ ਇੱਕ ਮਿਸਾਲ ਬਣ ਜਾਂਦੇ ਨੇ, ਅਤੇ ਸਾਡੇ ਮੂਹਰੇ ਐਵੇਂ ਦੀਆਂ ਚੰਦ ਹੀ ਮਿਸਾਲਾਂ ਹੁੰਦੀਆਂ ਨੇ। ਅਤੇ ਤੁਹਾਨੂੰ ਇਹ ਕਿਵੇਂ ਦਿਲੋਂ ਇੱਛਾ ਜਾਗੀ ਕਿ ਮੈਂ ਇੱਕ ਸਟੈਚੂ ਬਣਵਾ ਕੇ ਇਹ ਯਾਦਗਾਰੀ ਰੱਖਾਂ? ਮੈਂ ਤੁਹਾਨੂੰ ਦੱਸਿਆ ਨਾ ਜੀ ਵੀ ਜਿਸ ਵੇਲੇ ਆਪਾਂ ਸਾਰਾ ਹਿੰਦੁਸਤਾਨ ਦਾ ਟੂਰ ਕਰਕੇ ਮੀਆਂ ਬੀਬੀ ਕਾਰ 'ਤੇ ਆਏ ਸੀਗੇ, ਅਤੇ ਜੈਪੁਰ ਦੇ ਕੋਲੋਂ ਜਿਸ ਵੇਲੇ ਇਹਨੇ ਮੈਨੂੰ ਮੋੜਿਆ, ਉਸ ਵੇਲੇ ਫਿਰ ਮੈਂ ਉੱਥੇ ਦੋਥਾਂ ਦੇਖੀਆਂ ਮੂਰਤੀਆਂ, ਅਤੇ ਮੈਂ ਉਸ ਵੇਲੇ ਫਿਰ ਵਿਚਾਰ ਬਣਾ ਲਿਆ ਸੀਗਾ ਵੀ ਜੇ ਪਹਿਲਾਂ ਚਲੀ ਗਈ ਤਾਂ ਮੈਂ ਇਸ ਦਾ ਬੁੱਤ ਜ਼ਰੂਰ ਬਣਾਵਾਂਗਾ, ਇਹਦੀ ਫੋਟੋ ਮਤਲਬ ਮਾਰਬਲ 'ਚ ਕਢਵਾ ਦਿਆਂਗਾ। ਘਰ ਤਾਂ ਮੈਂ ਨਹੀਂ ਸਕਦਾ, ਅਤੇ ਸੋ ਮੈਂ ਕਰਤਾ ਜੋ ਮੇਰੇ ਕੋਲ ਹੋ ਸਕਦਾ ਸੀਗਾ। ਸਰ ਵੈਸੇ ਪਿਆਰ ਦੀ ਕੋਈ ਕੀਮਤ ਨਹੀਂ ਹੁੰਦੀ, ਜਜ਼ਬਾਤ ਅਣਮੁੱਲੇ ਹੁੰਦੇ ਨੇ ਜੀ, ਪਰ ਉਸ ਟਾਈਮ ਕਾਰੀਗਰਾਂ ਨੇ ਤਾਂ ਆਪਣਾ ਜੋ ਬਣਦੀ ਮਿਹਨਤ ਮੁਸ਼ੱਕਤ ਲਈ ਹੋਣੀ, ਅਤੇ ਉਹ ਕਿੰਨੀ ਰਹੀ ਜੀ? ਨਹੀਂ ਦੇਖੋ, ਗੱਲ ਇਹ ਜੀ, ਨਾ ਉਹ ਇਹ ਦੱਸਣੀ ਹੈ, ਨਾ ਮੈਂ ਕਿਸੇ ਨੂੰ ਪੱਲੇ ਪੈਣ ਦਿੰਦਾ। ਇਹ ਪਿਆਰ ਦੀ, ਇਮੋਸ਼ਨਸ ਦੀ ਕੋਈ ਵੈਲਿਊ ਨਹੀਂ ਹੁੰਦੀ। 1 ਕਰੋੜ ਰੁਪਈਆ ਵੀ ਲੱਗ ਸਕਦਾ, 10 ਵੀ ਲੱਗ ਸਕਦਾ, 5 ਰੁਪਈਏ 'ਚ ਵੀ ਬਣ ਸਕਦੀ ਹੈ। ਇਸ ਚੀਜ਼ ਦਾ ਕੋਈ ਭੇਤ ਨਹੀਂ ਹੈ। ਮੈਂ ਨਾ ਦੱਸਣੀ ਹੈ ਨਾ ਦੱਸਾਂਗਾ। ਬਸ ਇਹ ਮੇਰੇ 'ਤੇ ਮਿਹਰਬਾਨੀ ਕਰੋ ਵੀ ਤੁਸੀਂ ਇੱਥੇ ਸੰਤੁਸ਼ਟ ਹੋ ਵੀ ਇਹ ਬੁੱਤ ਹੈ, ਉਹਦੀ ਤੁਸੀਂ ਕਵਰੇਜ ਕਰ ਰਹੇ ਹੋ, ਇਹੀ ਬਹੁਤ ਹੈ। ਜੀ ਬਿਲਕੁਲ। ਸਰ ਕੀ ਹੁੰਦਾ ਅੱਜ ਕੱਲ੍ਹ ਨਵੀਂ ਸੋਚ ਦੀ ਜਿਹੜੀ ਜਨਰੇਸ਼ਨ ਹੈ ਸਾਡੇ ਵਰਗੀ, ਉਹ ਪੁਰਾਣੀ ਸੋਚ ਤੋਂ ਕਈ ਵਾਰ ਵਿਚਾਰਾਂ ਦੀ ਕੁਛ ਟਕਰਾਰ ਰੱਖਦੀ ਹੈ। ਕਿਆ ਤੁਹਾਡੀ ਵੀ ਕਦੇ ਬੱਚਿਆਂ ਨਾਲ ਇੱਦਾਂ ਟਕਰਾਰ ਰਹੀ ਹੋਵੇ ਕਿ ਬਾਪੂ ਜੀ ਆਪਾਂ ਕੀ ਕਰਨਾ ਸਟੈਚੂ, ਕੀ ਲੋੜ ਸੀ ਇਹਦੀ? ਹਾਂ, ਇੱਕ ਵਾਰੀ ਇੱਕ ਬੇਟੇ ਨੇ ਮੈਨੂੰ ਕਿਹਾ ਸੀਗਾ ਵੀ ਪੈਸੇ ਫਜ਼ੂਲ ਐਵੇਂ ਬੇਕਾਰ ਜ਼ਾਇਆ ਕਰਨ ਵਾਲੀ ਗੱਲ ਹੈ। ਉਹ ਮੈਂ ਕਿਹਾ ਤੂੰ ਆਪਣਾ ਕੰਮ ਕਰ, ਮੈਂ ਤਾਂ ਤੇਰੇ ਤੋਂ ਮੰਗ ਕੇ ਨਹੀਂ ਲਾ ਰਿਹਾ। ਅਤੇ ਸਰ ਗੱਲ ਆਈ ਗਈ ਹੋਵੇ, ਐਵੇਂ ਸਰਸਰੀ ਜਿਹੀ ਗੱਲ ਹੋਈ ਸੀ, ਮਤਲਬ ਕੋਈ ਖਾਸ ਮੈਨੂੰ ਕਿਸੇ ਨੇ ਟੋਕਾ ਟਾਕੀ ਨਹੀਂ ਕੀਤੀ, ਕਿਸੇ ਨੇ ਮੇਰੇ ਨਾਲ ਅੜੀਆ ਨਹੀਂ ਕੀਤਾ, ਸਭ ਸਮੂਥਲੀ ਚੱਲਿਆ, ਕੋਈ ਦਿੱਕਤ ਨਹੀਂ ਕਿਸੇ ਕਿਸਮ ਦੀ। ਅਤੇ ਸਰ ਫਿਰ ਕਿਵੇਂ ਲੈ ਕੇ ਆਏ ਸਟੈਚੂ ਨੂੰ ਇੰਨੀ ਦੂਰੋਂ? ਇਹ ਉੱਥੋਂ ਜੀਪ ਦੇ ਓਪਨ ਜੀਪ ਦੇ ਵਿੱਚ ਰੱਖ ਕੇ ਲਿਆਏ ਜੀ। ਉਹਨਾਂ ਨੂੰ ਵੀ ਪਤਾ ਜਿਨ੍ਹਾਂ ਬੰਦਿਆਂ ਨੇ ਬਣਾਈ ਸੀ ਵੀ ਕਿੱਦਾਂ ਪਹੁੰਚਾਉਣੀ ਹੈ। ਉਹਨਾਂ ਨੇ ਮੈਨੂੰ ਇੱਥੇ ਪਹੁੰਚਾਉਣ ਤੱਕ ਦੇ ਪੈਸੇ ਲਏ ਸੀ ਮੇਰੇ ਕੋਲੋਂ। ਉਹਨਾਂ ਨੇ ਮੇਰੇ ਕੋਲ ਇੱਥੇ ਪਹੁੰਚਾਤੀ, ਬਾਹਰ ਸੜਕ 'ਤੇ ਲਾਤੀ। ਫਿਰ 2 ਕਰੇਨਾਂ ਦੇ ਰਾਹੀਂ, ਜਿਹੜੀਆਂ ਕਰੇਨਾਂ ਰਾਹੀਂ ਮੈਂ ਚੁਕਵਾ ਕੇ ਉੱਪਰ ਲਿਆਂਦੀ, ਔਰ ਇਸ ਨੂੰ ਬੋਰੀ ਦੇ ਉੱਤੇ ਰੱਖ ਕੇ ਘੜੀਸ ਕੇ, ਅਤੇ ਫਿਰ ਮੈਂ ਇੱਥੇ ਇਹਨੂੰ ਜਗ੍ਹਾ 'ਤੇ ਰੱਖਿਆ।
ਸਰ ਫਿਰ ਇਹਦੀ ਸਾਂਭ ਸੰਭਾਲ ਮੇਨਟੇਨੈਂਸ ਜਿਵੇਂ ਹੁਣ ਕੋਈ ਮੇਨਟੇਨੈਂਸ ਜੀ ਨਹੀਂ ਜੀ, ਇਹਦੇ ਤੁਸੀਂ ਰੰਗ ਦੇਖੋ, ਕੋਈ ਮਿੱਟੀ ਨਹੀਂ, ਕੁਛ ਨਹੀਂ, ਨਥਿੰਗ ਆਫ ਦੀ ਸੌਰਟ, ਆਪਣੇ ਆਪ ਹੀ ਚੜ ਜਾਂਦਾ ਸਭ ਕੁਛ ਇਹਦੇ 'ਤੇ ਗੰਦ ਨਹੀਂ ਹੁੰਦਾ। ਬਾਕੀ ਮੇਰੇ ਕੋਲ ਮੁੰਡਾ ਹੈਗਾ, ਉਹ ਰਸੋਈ 'ਚ ਆਉਂਦਾ ਜਾਂਦਾ, ਕੱਪੜਾ ਮਾਰ ਜਾਂਦਾ ਕਿਸੇ ਵੇਲੇ, ਕੋਈ ਦਿੱਕਤ ਨਹੀਂ ਹੈ। ਕੋਈ ਇਹਦੀ ਮੇਨਟੇਨੈਂਸ ਤੁਹਾਨੂੰ ਕਿਤੇ ਨਜ਼ਰ ਆਉਂਦਾ ਕਿਤੇ ਲਿਸ਼ਕ 'ਚ ਫਰਕ ਹੋਵੇ? ਨਹੀਂ ਜੀ। ਨਹੀਂ ਸਰ ਇਹ ਜਿਵੇਂ ਹੁਣ ਰੰਗ ਕਰਾਉਣਾ ਪੈਂਦਾ ਹੋਊਗਾ, ਫਿਰ ਕੋਈ ਪਾਲਿਸ਼ ਕਰਵਾਉਣੀ ਪੈਂਦੀ ਹੋਊਗੀ ਕਿਤੇ ਇਹਦੀ ਨਹੀਂ, ਸ਼ਾਈਨ ਮੈਂ ਨਹੀਂ ਕਰਾਣੀ ਜੀ, ਨਾ ਮੈਂ 50 ਸਾਲ ਤੱਕ ਮੇਰੀ ਇਹ ਗਰੰਟੀ ਆ ਉਹਨਾਂ ਕਲਰਸ ਦੀ ਜੀ। ਇਟਲੀ ਤੋਂ ਇਹ ਰੰਗ ਆਏ ਸੀਗੇ, ਇਟਾਲੀਅਨ, ਇਹ ਗਰੰਟੀ ਹੈ ਵੀ ਇਸ ਰੰਗ ਦੀ ਕੋਈ ਸ਼ੇਡਿੰਗ ਨਹੀਂ ਹੋਏਗੀ, ਕੋਈ ਇਹ ਫਿੱਕਾ ਨਹੀਂ ਹੋਏਗਾ। ਦੇਖੋ 3 ਸਾਲ ਤੋਂ ਤਾਂ ਉੱਦਾਂ ਦਾ ਉੱਦਾਂ ਹੀ ਹੈ ਜੀ। ਅਤੇ ਜਿਹੜੇ ਕੱਪੜੇ ਪਾਏ ਹੈ ਜਿਸ ਰੰਗ ਦਾ, ਤੁਸੀਂ ਦੇਖੋ ਥੱਲੇ ਫੱਟਾ ਵੀ ਹੈ ਨਾ ਜੀ, ਉਹ ਵੀ ਦੇਖੋ ਲਾਲ ਰੰਗ ਦਾ ਫੱਟੀ ਹੈ, ਤਾਂ ਲਾਲ ਰੰਗ ਦੀ ਫੱਟੀ ਉਸੇ ਤਰ੍ਹਾਂ ਹੀ ਚਮਕ ਰਹੀ ਹੈ, ਉਹ ਮਤਲਬ ਉਹਦੇ 'ਚ ਫਰਕ ਨਹੀਂ ਪਿਆ ਕੋਈ ਵੀ। ਬਸ ਠੀਕ ਹੈ, ਚੱਲ ਰਿਹਾ। ਮੈਂ ਤਾਂ ਤੁਹਾਡਾ ਸ਼ੁਕਰਗੁਜ਼ਾਰ ਹਾਂ, ਬਸ ਬਾਰ-ਬਾਰ ਇੱਕੋ ਹੀ ਗੱਲ ਮੈਨੂੰ ਆਉਂਦੀ ਹੈ। ਸਰ ਤੁਸੀਂ ਇੱਕ ਅੰਦਰ ਸਲੋਗਨ ਲਿਖਿਆ ਹੋਇਆ ਹੈ, ਹਾਂ। ਮੈਂ ਉਹ ਸਲੋਗਨ ਜ਼ਰੂਰ ਤੁਹਾਡੇ ਤੋਂ ਸੁਣਨਾ ਚਾਹੂੰਗਾ। ਸਲੋਗਨ ਇਹ ਹੈ ਜੀ ਵੀ ਯੂ ਆਰ ਵਨ ਇਨ ਦੀ ਵਰਲਡ। ਮੈਂ ਆਪਣੀ ਬੀਵੀ ਵਾਸਤੇ ਗੱਲ ਕਹੀ ਸੀ, ਯੂ ਆਰ ਵਨ ਇਨ ਦੀ ਵਰਲਡ ਬਟ ਯੂ ਆਰ ਮਾਈ ਵਨ ਵਰਲਡ। ਤੂੰ ਮੇਰੀ ਇੱਕ ਦੁਨੀਆ ਹੈ, ਤੂੰ ਦੁਨੀਆ 'ਚ ਇੱਕ ਹੈ। ਅਤੇ ਮੈਂ ਤਾਂ ਇਹੀ ਕਹਿ ਸਕਦਾ ਵੀ ਇਸ ਤੋਂ ਉੱਪਰ ਸਲੋਗਨ ਔਰਤ ਵਾਸਤੇ ਦਿੱਤਾ ਹੀ ਨਹੀਂ ਜਾ ਸਕਦਾ। ਸਰ ਕੀ ਹੁੰਦਾ ਹੈ ਕਿ ਜਿਹੜੇ ਅੱਜ ਦੇ ਹਾਲਾਤ ਨੇ, ਉਹ ਕੀ ਹੁੰਦਾ ਹੈ ਕਿ ਅਸੀਂ ਬਹੁਤ ਛੇਤੀ ਇੱਕ ਜਣੇ ਤੋਂ ਮਨ ਭਰ ਜਾਂਦਾ ਹੈ। ਲਵ ਮੈਰਿਜਸ ਹੁੰਦੀਆਂ ਨੇ, ਉਹ ਕਿੰਨੀਆਂ ਸਕਸੈਸਫੁਲ ਹੁੰਦੀਆਂ ਨੇ ਸਾਨੂੰ ਪਤਾ ਹੀ ਹੈ। ਮੈਂ ਉਹਦੇ ਬਾਰੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੀ ਵੀ ਮੇਰੇ ਬਹੁਤ ਅੱਛੇ ਜੱਜ ਯਾਰ ਨੇ, ਸੈਸ਼ਨ ਜੱਜ ਨੇ, ਹਾਈ ਕੋਰਟ ਦੇ ਜੱਜ ਨੇ। ਬਲਕਿ ਉਹ ਕਿਤਾਬ ਜਿਹੜੀ ਹੈ ਵੀਨਾ ਪਰ ਵਿਜੇ, ਉਹ ਹਾਈ ਕੋਰਟ ਦੇ ਜੀਆ ਪੌਲ ਜੱਜ ਸੀਗੇ, ਉਹਨਾਂ ਨੇ ਰਿਲੀਜ਼ ਕੀਤੀ ਸੀ ਪ੍ਰੈਸ ਕਲੱਬ 'ਚ 27 ਸੈਕਟਰ 'ਚ। ਅਤੇ ਮਤਲਬ ਮੇਰੇ ਕਹਿਣ ਦਾ ਇਹ ਹੈ ਜੀ ਵੀ ਮੈਂ ਉਟਕ ਗਿਆ ਗੱਲ ਤੋਂ। ਆਪਣੀ ਇਹ ਗੱਲ ਲਵ ਮੈਰਿਜਸ ਦੇ ਉੱਤੇ ਗੱਲ ਸੀਗੀ। ਹਾਂ ਵੀ ਇਹ ਨਾ, ਮੈਂ ਲਵ ਮੈਰਿਜਸ 'ਤੇ ਮੇਰਾ ਕਹਿਣਾ ਇਹ ਹੈ ਵੀ ਜਦ ਇੱਕ ਦੂਸਰੇ ਨੂੰ ਪਹਿਲਾਂ ਹੀ ਆਪਾਂ ਪਰਦਾ ਖੋਲ੍ਹ ਦਿੰਦੇ ਹਾਂ, ਨਾ ਮੁੰਡੇ ਕੋਲ ਕੁਛ ਰਹਿੰਦਾ ਦਿਖਾਉਣ ਨੂੰ, ਨਾ ਔਰਤ ਕੋਲ ਕੁਛ ਰਹਿੰਦਾ ਦਿਖਾਉਣ ਨੂੰ, ਉਹ ਵਿਆਹ ਸ਼ਾਦੀਆਂ 10 ਦਿਨ 15 ਦਿਨ 20 ਦਿਨਾਂ ਬਾਅਦ ਡਾਈਵੋਰਸ ਫਾਈਲ ਹੋਏ ਹੁੰਦੇ। ਉਹ ਜੱਜ ਮੈਨੂੰ ਦੱਸਦੇ ਆ, ਮੇਰੇ ਦੋਸਤ ਜਿਹੜੇ ਆ। ਅਤੇ ਮੈਂ ਸਮਝਦਾ ਵੀ ਨਹੀਂ, ਮਾਂ ਬਾਪ ਦੇ ਕਹਿਣੇ 'ਚ ਅੰਦਰ ਰਹਿਣਾ ਚਾਹੀਦਾ, ਔਰ ਉਹੀ ਸਕਸੈਸਫੁੱਲ ਹੈ ਜ਼ਿੰਦਗੀ, ਉਹੀ ਹੋਣੀ ਵੀ ਚਾਹੀਦੀ ਹੈ। ਦੇਖੋ ਕੁਦਰਤ ਦਾ ਨਿਯਮ ਵੀ ਇਹੀ ਹੈ, ਜਿਹਨੇ ਆਪਣੀ ਮਰਜ਼ੀ ਕੀਤੀ ਆਪਣੇ ਪੈਰ 'ਤੇ ਆਪੇ ਹੀ ਕੁਹਾੜੀ ਮਾਰੀ, ਬਸ ਸਿੱਧੀ ਗੱਲ ਇਹ ਹੈ। ਸਰ ਕੋਈ ਮੈਮ ਦੀ ਇਹੋ ਜਿਹੀ ਗੱਲ ਤੁਸੀਂ ਸਾਡੇ ਨਾਲ ਸਾਂਝੀ ਕਰੋ ਜਿਹੜੀ ਉਹ ਕਹਿੰਦੇ ਹੁੰਦੇ ਸੀ ਅਕਸਰ ਆਪਣੇ ਬੱਚਿਆਂ ਨੂੰ, ਕਿਉਂਕਿ ਅਸੀਂ ਵੀ ਉਹਨਾਂ ਦੇ ਬੱਚਿਆਂ ਵਰਗੇ ਹੀ ਹਾਂ, ਕਿ ਇਹ ਜ਼ਿੰਦਗੀ ਦੇ ਵਿੱਚ ਇਹ ਜ਼ਰੂਰ ਯਾਦ ਰੱਖਿਓ ਤਾਂ ਜੇ ਕਾਮਯਾਬ ਹੋਣਾ ਹੈ। ਦੇਖੋ ਜੀ, ਬੜੇ ਸਿੰਪਲ ਜਿਹੇ ਸੰਸਕਾਰ ਸੀ। ਮੈਂ ਦੁਕਾਨ 'ਤੇ ਚਲਾ ਜਾਂਦਾ ਸੀਗਾ, ਮੈਨੂੰ ਨਹੀਂ ਪਤਾ ਵੀ ਉਹ ਘਰ ਬੱਚਿਆਂ ਨੂੰ ਕੀ ਸਿੱਖਿਆ ਦਿੰਦੀ ਸੀ। ਬੱਚੇ ਮੁੰਡੇ ਮੇਰੇ IPS 'ਚ ਪੜ੍ਹੇ ਆ ਮੋਹਾਲੀ, ਅਤੇ ਬੇਟੀ ਮੇਰੀ ਸੇਕਰੇਟ ਹਾਰਟ ਦੇ ਵਿੱਚ ਚੰਡੀਗੜ੍ਹ ਪੜ੍ਹੀ ਹੈ। ਅਤੇ ਬੱਚਿਆਂ ਨੂੰ ਸੰਸਕਾਰ ਆਪੇ ਹੀ ਉਹਨੇ ਦੇ ਦਿੱਤੇ। ਮੈਂ ਤਾਂ ਵਿੱਚ ਦਖਲ ਦੇਣ ਵਾਲਾ ਮਤਲਬ ਹੀ ਕੋਈ ਨਹੀਂ ਸੀ। ਮੇਰਾ ਕੰਮ ਸਿਰਫ ਪੈਸੇ ਦੇਣਾ ਹੁੰਦਾ, ਬਸ ਹੋਰ ਕੁਛ ਨਹੀਂ। ਜੇ ਮੈਂ ਘਰ ਦਾ ਖਰਚਾ ਲੈ ਲੈ ਤਾਂ ਵਿਹਲਾ ਹੋ ਜਾ। ਮੈਂ ਨਹੀਂ ਕਦੀ ਵੀ ਸੋਚਿਆ ਵੀ ਇਹ ਕੀ ਕਰੇਗੀ ਕੀ ਨਹੀਂ ਕਰੇਗੀ। ਤੁਸੀਂ ਹੈਰਾਨ ਹੋਵੋਗੇ ਇਸ ਗੱਲ ਨੂੰ ਵੀ ਜਿਸ ਵੇਲੇ ਇਹਦੀ ਮੌਤ ਹੋਈ ਔਰ ਇਸ ਦੇ ਅੰਤਿਮ ਸੰਸਕਾਰ ਦਾ ਖਰਚਾ ਸ਼ੁਰੂ ਹੋਇਆ, ਤਾਂ ਮੇਰਾ ਵੱਡਾ ਮੁੰਡਾ ਕਹਿੰਦਾ ਵੀ ਮੈਨੂੰ ਮਰਨ ਤੋਂ ਪਹਿਲਾਂ ਉਹ ਦੱਸ ਗਈ ਸੀ ਵੀ ਫਲਾਨੀ ਅਲਮਾਰੀ ਦੇ ਵਿੱਚ ਇੰਨਾ ਰੁਪਈਆ ਪਿਆ, ਮੇਰੇ ਮਰਨੇ 'ਤੇ ਸਾਰੇ ਪੈਸੇ ਉਹ ਲੱਗਣੇ ਚਾਹੀਦੇ। ਅਤੇ ਤਕਰੀਬਨ 90,000 ਰੁਪਈਆ ਨਿਕਲਿਆ ਸੀਗਾ। ਉਹ 90 ਦਾ 90,000 ਰੁਪਈਆ ਇਹਦੇ ਸੰਸਕਾਰ 'ਤੇ ਲੱਗ ਗਿਆ, ਕੁਛ ਲੰਗਰ 'ਤੇ ਲੱਗ ਗਿਆ। ਬਸ ਇਸ ਤਰ੍ਹਾਂ ਪੈਸੇ ਉਹਦੇ ਅਰਥ ਲਾਤੇ। ਬਸ ਮੈਂ ਤਾਂ ਇਹਦੀ ਪੂਜਾ ਹੀ ਕਰ ਸਕਦਾ ਜਦ ਮਰਨ ਤੋਂ ਬਾਅਦ ਵੀ। ਬਸ ਮੇਰੇ ਕੋਲ ਇਹੀ ਹੈ, ਹੋਰ ਕੁਛ ਨਹੀਂ। ਸਰ ਬਿਲਕੁਲ ਆਪਾਂ ਸੁਣਦੇ ਹੁੰਦੇ ਹਾਂ, ਪੜ੍ਹਦੇ ਹੁੰਦੇ ਹਾਂ ਕਿ ਜਿਹੜੀ ਅੱਛੀ ਇੱਕ ਔਰਤ ਹੁੰਦੀ ਹੈ ਜਾਂ ਫਿਰ ਇੱਕ ਔਰਤ ਹੀ ਘਰ ਨੂੰ ਜੋੜ ਕੇ ਰੱਖਦੀ ਹੈ। ਇਹ ਘਰ ਜੋੜਿਆ ਥੋੜ੍ਹੀ ਹੋਇਆ ਸੀ, ਜੁੜਿਆ ਆ ਘਰ ਸੀ। ਇਸ ਔਰਤ ਨੇ ਪੈਰ ਰੱਖਦੇ ਆ ਹੀ ਸਭ ਕੁਝ ਜੋੜ ਦਿੱਤਾ। ਇਹ ਟੁੱਟਣ ਦੀ ਤਾਂ ਕਹਾਣੀ ਹੀ ਨਹੀਂ ਆਉਂਦੀ ਕਿਤੇ ਵੀ। ਇਹ ਤਾਂ ਜਿਸ ਵੇਲੇ ਵੀ ਮਤਲਬ ਆਪਾਂ ਸੋਚੀਏ ਵੀ ਇਸ ਨੇ ਪੈਰ ਰੱਖਿਆ ਇਸ ਘਰ 'ਚ, ਇਹਦੇ ਸੰਦੂਰ ਵਾਲੇ ਪੈਰਾਂ ਨੇ ਧਰਤੀ ਲਾਲ ਕਰਤੀ। ਉਸੇ ਵੇਲੇ ਨਾਲੋਂ ਨਾਲ ਜੁੜ ਗਿਆ ਸਾਰਾ ਘਰ।
ਕੋਈ ਮਤਲਬ ਵੀ ਕੋਈ ਨਹੀਂ ਸੀ, ਕੋਈ ਬੱਚਾ ਕਿਸੇ ਹੱਥ ਤੋਂ ਬਾਹਰ ਨਹੀਂ ਸੀਗਾ, ਕੋਈ ਹੁਣ ਵੀ ਨਹੀਂ ਹੈ, ਈਵਨ ਉਹ ਨਹੀਂ ਹੈ, ਕੋਈ ਵੀ ਬੱਚਾ ਮੇਰੇ ਤੋਂ ਅੱਜ ਵੀ ਬਾਹਰ ਨਹੀਂ ਹੈ। ਹਾਲਾਂਕਿ ਬਹੁਤ ਤਰੱਕੀ ਕਰ ਲਈ ਬੱਚਿਆਂ ਨੇ, ਬਹੁਤ ਤਰੱਕੀ ਕੀਤੀ ਹੈ। ਛੋਟੇ ਇੰਗਲੈਂਡ ਵਾਲੇ ਨੇ ਤਾਂ ਕਮਾਲ ਹੀ ਕਰ ਦਿੱਤੀ ਨਾ, ਲੇਕਿਨ ਮੇਰੇ ਤੋਂ ਬਾਹਰ ਨਹੀਂ ਹੈ। ਮੈਂ ਉਸ ਨੂੰ ਅਗਰ ਕਹਾਂ ਵੀ ਮੈਨੂੰ 50,000 ਰੁਪਈਆ ਮਹੀਨਾ ਰੋਟੀ ਦੇ ਤਾਂ ਉਹ ਮੈਨੂੰ ਦੇਵੇਗਾ, ਔਰ ਦਿੰਦਾ ਵੀ ਰਿਹਾ। ਜਿਸ ਵੇਲੇ ਬਿਮਾਰ ਹੋਈ ਹੈ, ਇਹ ਮੇਰਾ ਖਿਆਲ ਹੈ 12 ਤੋਂ ਲੈ ਕੇ 19 ਤੱਕ, ਜੇ ਮਰਨ ਤੱਕ 7 ਸਾਲ ਉਹ ਉੱਥੋਂ ਮੈਨੂੰ ਪੈਸਾ ਭੇਜਦਾ ਰਿਹਾ। ਕਦੀ ਲੱਖ, ਕਦੀ 2 ਲੱਖ, ਕਦੀ 4-4 ਲੱਖ ਰੁਪਈਆ ਵੀ ਉਸਨੇ ਉੱਥੋਂ ਭੇਜਿਆ ਮੈਨੂੰ। ਮੈਂ ਗਿਣਤੀ ਨਹੀਂ ਗਿਣ ਸਕਦਾ ਉਸਨੇ ਮੈਨੂੰ ਕਿੰਨਾ ਕੁਛ ਦਿੱਤਾ। ਸਰ ਕਦੇ ਤੁਹਾਡਾ ਨਹੀਂ ਦਿਲ ਕਰਿਆ ਕਿ ਮੈਂ ਵੀ ਬਾਹਰ ਹੀ ਸੈਟਲ ਹੋ ਜਾ? ਨਹੀਂ, ਮੈਂ ਉੱਦਾਂ ਜਾਂਦੇ ਹੁੰਦੇ ਸੀ ਮੀਆਂ ਬੀਬੀ ਅਸੀਂ, ਜਿਸ ਵੇਲੇ ਉਹਨਾਂ ਦੇ ਬੱਚੇ ਵਗੈਰਾ ਹੋਏ ਆ ਅਸੀਂ ਗਏ ਹਾਂ। ਹੋਰ ਵੀ ਜਿਸ ਵੇਲੇ ਲਾਸਟ ਅਸੀਂ, ਮੈਨੂੰ ਇੱਕ ਦਿਨ ਬੈਠੇ ਇੱਥੇ ਕਹਿਣ ਲੱਗੀ ਦੁਬਈ ਦਿਖਾ ਦਿਓ। ਮੈਂ ਕਿਹਾ ਪਾਓ ਕੱਪੜੇ, ਅਸੀਂ ਉਸੇ ਵੇਲੇ ਕੱਪੜੇ ਲਏ। ਅੰਮ੍ਰਿਤਸਰ ਕਿਸੇ ਟਰੈਵਲ ਏਜੰਟ ਨਾਲ ਗੱਲ ਕੀਤੀ, ਉਹਨੇ ਸਾਡਾ ਟੂਰ ਬੁੱਕ ਕਰਤਾ। ਅਸੀਂ 11 ਦਿਨ ਦੁਬਈ ਰਹੇ, 3 ਦਿਨ ਅਸੀਂ ਫਿਰ ਆਬੂ ਧਾਬੀ ਘੁੰਮ ਕੇ ਆਏ। ਆਬੂ ਧਾਬੀ ਵੀਜ਼ਾ ਨਹੀਂ ਲੈਣਾ ਪੈਂਦਾ, ਉਹ ਕਿਉਂਕਿ ਨਾਲੋਂ ਨਾਲ ਹੀ ਹੈ। ਵੈਸੇ ਆਬੂ ਧਾਬੀ ਦੁਬਈ ਨਾਲੋਂ ਕਿਤੇ ਸੋਹਣਾ ਹੈ, ਜੇ ਦੇਖੋ ਜਾ ਕੇ ਤਾਂ ਪਤਾ ਲੱਗਦਾ, ਕਿਉਂਕਿ ਦੁਬਈ ਸਾਰਿਆਂ ਦੇ ਮੂੰਹ 'ਤੇ ਚੜ੍ਹਿਆ, ਇਸ ਕਰਕੇ ਦੁਬਈ ਹੈ। ਲੇਕਿਨ ਆਬੂ ਧਾਬੀ ਉਦੋਂ ਤੋਂ ਕਿਤੇ ਸੋਹਣਾ ਹੈ। ਉੱਥੋਂ ਫਿਰ ਅਸੀਂ ਇੰਗਲੈਂਡ ਚਲੇ ਗਏ ਸੀ ਡ੍ਰੀਮ ਲਾਈਨਰ ਐਰੋਪਲੇਨ 'ਚ। ਬਸ ਇਸ ਤਰ੍ਹਾਂ ਸਫ਼ਰ ਕੱਟ ਗਿਆ। ਉੱਥੋਂ ਫਿਰ ਅਸੀਂ ਵਾਪਸ ਆ ਗਏ। ਵਾਪਸ ਆਉਣ ਤੋਂ ਬਾਅਦ ਇਹਦੀ ਥੋੜ੍ਹੇ ਦਿਨਾਂ ਬਾਅਦ ਹੀ ਡੈਥ ਹੋ ਗਈ। ਜੀ ਸਰ ਬਿਲਕੁਲ ਤੁਸੀਂ ਪੇਸ਼ੇ ਤੋਂ ਤਾਂ ਤੁਸੀਂ ਬਿਜ਼ਨਸਮੈਨ ਹੀ ਰਹੇ ਹੋ। ਹਾਂਜੀ। ਬਟ ਫਿਰ ਪਹਿਲੀ ਕਿਤਾਬ ਕਦੋਂ ਲਿਖੀ ਤੁਸੀਂ? ਇਹ ਕਿਤਾਬ ਲਿਖੀ ਜੀ 2005 ਦੇ ਵਿੱਚ। ਇਹ ਮੈਂ ਕੋਈ ਯਾਦ 'ਚ ਨਹੀਂ ਲਿਖੀ, ਇਹ ਕੁਦਰਤੀ ਜਿਸ ਵੇਲੇ ਬਿਮਾਰ ਹੋਈ ਮੈਂ ਉਸ ਵੇਲੇ ਕਿਤਾਬ ਲਿਖੀ, ਜਿਸ ਵੇਲੇ ਵਿੱਚ ਠੀਕ ਹੋ ਗਈ ਸੀਗੀ। 2-3 ਸਾਲ ਕੀਮੋ ਤੋਂ ਬਾਅਦ ਇਹ ਠੀਕ ਹੋ ਗਈ ਸੀਗੀ। ਤਾਂ ਉਹ ਠੀਕ ਹੋ ਗਏ ਤੋਂ ਬਾਅਦ ਮੈਂ ਫਿਰ ਇਹ ਕਿਤਾਬ ਲਿਖੀ ਵੀਨਾ ਪਰ ਵਿਜੇ ਪਾ ਲਈਏ ਇਹਨੇ। ਅਤੇ ਲੇਕਿਨ ਇਹ ਹਾਰ ਹੁੰਦੀ ਹੋਈ ਹੈ, ਬੰਦੇ ਨੇ ਸਾਰੀ ਜ਼ਿੰਦਗੀ ਤਾਂ ਜੀਣਾ ਹੀ ਨਹੀਂ ਹੁੰਦਾ। ਸਰ ਇੱਕ ਮੈਂ ਤੁਹਾਡੇ ਤੋਂ ਗੱਲ ਹੋਰ ਥੋੜ੍ਹੀ ਜਾਣਨਾ ਚਾਹੂੰਗਾ ਕਿ ਤੁਸੀਂ ਚੰਡੀਗੜ੍ਹ ਪਹਿਲਾਂ ਹੀ ਸ਼ੁਰੂ ਤੋਂ ਰਹਿੰਦੇ ਸੀਗੇ ਜਾਂ ਫਿਰ ਪੰਜਾਬ ਵਾਲੀ ਸਾਈਡ ਜਾਂ ਹਰਿਆਣਾ ਵਾਲੀ ਸਾਈਡ ਤੋਂ? ਅਸੀਂ, ਮੇਰਾ ਜਨਮ ਸਥਾਨ ਜਲੰਧਰ ਹੈ। ਵੈਸੇ ਅਸੀਂ ਬਿਲੋਂਗ ਕਰਦੇ ਹਾਂ ਅੰਮ੍ਰਿਤਸਰ ਨੂੰ। ਮੇਰੀ ਬੀਵੀ ਅੰਮ੍ਰਿਤਸਰ ਨੂੰ ਬਿਲੋਂਗ ਕਰਦੀ ਹੈ। ਮੇਰੀ ਬੇਟੀ ਅੰਮ੍ਰਿਤਸਰ ਵਿਆਹੀ ਹੈ। ਅੰਮ੍ਰਿਤਸਰ ਨਾਲ ਮੇਰੇ ਮਤਲਬ ਜਨਮਾਂਤਰਾਂ ਦੇ ਜੋੜ ਨੇ। ਹੋ ਸਕਦਾ ਗੋਲਡਨ ਟੈਂਪਲ ਦੀ ਧਰਤੀ ਜਿਹੜੀ ਹੈ ਮੈਨੂੰ ਆਪਣੇ ਅੰਦਰ ਦਰਸ਼ਨ ਦਿੰਦੀ ਹੋਵੇ, ਮੈਂ ਉਸ ਦੇ ਦਰਸ਼ਨ ਪਾਉਂਦਾ ਹੋਵਾਂ। ਮੈਂ ਜਾਂਦਾ ਜ਼ਰੂਰ, ਮੱਥਾ ਟੇਕ ਆਉਂਦਾ। ਬਾਕੀ ਬਹੁਤ ਚੇਂਜਿਸ ਨੇ। ਤੁਸੀਂ ਅਗਰ ਗੋਲਡਨ ਟੈਂਪਲ ਹੁਣ ਦੇਖਣ ਜਾਓ ਨਾ ਜੀ, ਅਤੇ ਉਹਦੇ ਰਸਤੇ, ਉਹਦੇ ਗਲਿਆਰੇ ਦੇਖਣ ਵਾਲੇ। ਇਹ ਬਾਦਲਾਂ ਨੇ ਦੀ ਮਿਨਿਸਟਰੀ ਵੇਲੇ ਇਹਨਾਂ ਨੇ ਬਹੁਤ ਚੇਂਜਿਸ ਕੀਤੀਆਂ, ਬਹੁਤ ਪੈਸਾ ਲਾਇਆ ਉੱਥੇ। ਇਹ ਪਤਾ ਨਹੀਂ ਸਰਕਾਰੀ ਪੈਸਾ ਲਾਇਆ ਜਾਂ ਪੱਲਿਓਂ ਲਾਇਆ ਉਹਨਾਂ ਨੇ, ਇਹ ਰੱਬ ਜਾਣਦਾ। ਜੋ ਕੁਝ ਹੋਇਆ ਬਹੁਤ ਵਧੀਆ ਹੋਇਆ। ਤੁਸੀਂ ਦੇਖੋ ਤਾਂ ਜਾ ਕੇ ਕਮਾਲ ਨਜ਼ਰ ਆਏਗੀ ਤੁਹਾਨੂੰ। ਸਰ ਕਦੇ ਮੈਡਮ ਦੀ ਅੱਜ ਵੀ ਯਾਦ ਆਉਂਦੀ ਹੋਵੇ ਕਿ ਕਦੇ ਉੱਠ ਕੇ ਰਾਤ ਨੂੰ ਜਾਂ ਫਿਰ? ਹਾਂ, ਉਹ ਮੈਨੂੰ ਕਈ ਵਾਰ ਰਾਤ ਨੂੰ ਭੁਲੇਖਾ ਲੱਗਦਾ ਵੀ ਮੇਰੇ ਕੋਲ ਸੁੱਤੀ ਪਈ ਹੈ। ਮੇਰਾ ਹੱਥ ਝਟਕ ਕੇ ਮੈਂ ਦੇਖਦਾ, ਉਹ ਹੁੰਦੀ ਨਹੀਂ ਕੋਲ। ਫਿਰ ਮਾਯੂਸ ਹੋ ਕੇ ਫਿਰ ਅੱਖ ਲੱਗ ਜਾਂਦੀ ਹੈ। ਵੈਸੇ ਮੈਨੂੰ ਰਾਤ ਨੂੰ ਵੀ ਨੀਂਦ ਘੱਟ ਹੀ ਆਉਂਦੀ ਹੈ। ਅਤੇ ਚਲੋ ਸਰ, ਪਰਮਾਤਮਾ ਅਸੀਂ ਦੁਆ ਕਰਦੇ ਹਾਂ ਕਿ ਪਰਮਾਤਮਾ ਤੁਹਾਨੂੰ ਸਿਹਤਯਾਬ ਕਰੇ, ਤੁਸੀਂ ਤੰਦਰੁਸਤ ਰਹੋ ਅਤੇ ਸਾਡੇ ਨਾਲ ਇੱਦਾਂ ਹੀ ਆਪਣੀ ਚੰਗੀ ਯਾਦਾਂ ਸ਼ੇਅਰ ਕਰਦੇ ਰਹੋ। ਸਰ ਕੋਈ ਇੱਕ ਕਿਤਾਬ ਜਿਹੜੀ ਤੁਸੀਂ ਸਾਨੂੰ ਕਹਿਣਾ, ਮਤਲਬ ਕਿ ਇੱਕ ਐਡਵਾਈਸ ਦੋਗੇ ਕਿ ਇਹ ਤਾਂ ਜ਼ਰੂਰ ਪੜ੍ਹਿਓ ਤੁਹਾਡੀ ਲਿਖੀ? ਮੇਰੇ ਕੋਲ ਸਪੇਅਰ ਕਿਤਾਬ ਕੋਈ ਨਹੀਂ ਹੈ। ਅਗਰ ਤੁਸੀਂ ਲੋਨ 'ਤੇ ਲਿਜਾਓਗੇ ਤਾਂ ਮੈਂ ਤੁਹਾਨੂੰ ਜਿਹੜੀ ਵੀ ਮਰਜ਼ੀ ਕਿਤਾਬ ਲੈ ਜਾਓ, ਸਾਰੀਆਂ ਪੜ੍ਹਨ ਵਾਲੀਆਂ। ਨਹੀਂ ਸਰ, ਮੈਂ ਬਾਏ ਕਰ ਲਾਂਗਾ, ਤੁਸੀਂ ਮੈਨੂੰ ਕੋਈ ਕਿਤਾਬ ਦੱਸੋ ਨਾ। ਇਹ 'ਚ ਮੁੱਲ ਵਾਲਾ ਕੋਈ ਨਹੀਂ। ਮੈਂ ਕਿਸੇ ਨੂੰ, ਮੈਂ 2-2 ਹਜ਼ਾਰ ਕਿਤਾਬ ਛਾਪੀ ਹੈ। ਮੈਂ ਇੱਕ ਵੀ ਕਿਤਾਬ ਦਾ 1 ਰੁਪਈਆ ਕਦੀ ਕਿਸੇ ਕੋਲ ਨਹੀਂ ਲਿਆ। ਹਲਕੇ ਉਲਟਾ 2-2 ਚਾਕਲੇਟਾਂ ਨਾਲ ਗਿਫਟ ਦਿੱਤੀਆਂ। ਮਤਲਬ ਇੱਦਾਂ ਦੀ ਗੱਲ ਨਹੀਂ। ਤੁਸੀਂ ਪੜ੍ਹਨੀਆਂ ਸਾਰੀਆਂ ਹੀ ਲੈ ਜਾਓ। ਮੈਨੂੰ ਤੁਸੀਂ ਪੜ੍ਹ ਕੇ ਮਹੀਨੇ ਬਾਅਦ, 2 ਮਹੀਨੇ ਬਾਅਦ ਸਾਰੀਆਂ ਦੇ ਜਾਏ ਵਾਪਸ, ਕੋਈ ਦਿੱਕਤ ਨਹੀਂ। ਦਰਸ਼ਕਾਂ ਨਾਲ ਕਿਤਾਬ ਦਾ ਨਾਮ ਸ਼ੇਅਰ ਕਰੋ ਜ਼ਰੂਰ ਜੀ। ਕਿਤਾਬ ਦਾ ਨਾਮ ਸ਼ੇਅਰ ਕਰੋ ਜੀ ਸਾਡੇ ਦਰਸ਼ਕਾਂ ਨਾਲ, ਵੀ ਜਿਹੜਾ ਜ਼ਰੂਰ ਅਸੀਂ ਪੜ੍ਹੀਏ ਅਤੇ ਮੈਮ ਨੂੰ ਕਿਤਾਬ ਦੇ ਜ਼ਰੀਏ ਮਿਲ ਸਕੇ। ਕਿਤਾਬ ਦੇ ਨਾਲ ਮਿਲ ਤਾਂ ਸਕਦਾ ਜੇ ਕਿਤਾਬ ਅਵੇਲੇਬਲ ਹੋਏਗੀ। ਕਿਸੇ ਸਟਾਲ 'ਤੇ ਥੋੜ੍ਹੀ ਮਿਲਦੀ ਹੈ। ਸਰ ਤੁਸੀਂ ਅੱਛਾ ਪਬਲਿਸ਼ ਨਹੀਂ ਕੀਤੀ ਹੈਗੀ? ਪਬਲਿਸ਼ ਕੀਤੀਆਂ 2-2 ਹਜ਼ਾਰ ਕਿਤਾਬਾਂ। ਮੈਂ ਆਪਣੇ ਯਾਰਾਂ ਦੋਸਤਾਂ ਮਿੱਤਰਾਂ, ਲੰਡਨ ਭੇਜਤੀ, ਕੈਨੇਡਾ ਭੇਜਤੀ, ਆਸਟ੍ਰੇਲੀਆ ਚਲੀ ਗਈ, ਹੋਰ ਜਿੱਥੇ ਜਿੱਥੇ ਮੇਰੇ ਦੋਸਤ ਸੀਗੇ, ਚੰਡੀਗੜ੍ਹ ਦੇ ਵਿੱਚ, ਹੋਰ ਪਟਿਆਲੇ, ਅੰਮ੍ਰਿਤਸਰ, ਜਲੰਧਰ,
ਮੈਂ ਸਾਰਿਆਂ ਨੂੰ ਵੰਡਤੀਆਂ। ਹਾਂ, ਮੇਰੇ ਕੋਲ ਨਹੀਂ ਹੈ, ਵਿਕਤੀ ਨਹੀਂ ਹੈ ਕਿਤੇ ਵੀ। ਬਟ ਸਰ ਜ਼ਰੂਰ ਇਹਨੂੰ ਇੱਕ ਵਾਰੀ ਮਾਰਕੀਟ 'ਚ ਅਵੇਲੇਬਲ ਕਰਾਇਓ ਤਾਂ ਜੋ ਅਸੀਂ ਮਿਲ ਚਲੋ ਪੜ੍ਹ ਦੇਖੋ, ਸਕੀਏ ਜੀ। ਅਗਰ ਮੈਂ ਦੁਬਾਰਾ ਹਿੰਮਤ ਕੀਤੀ ਇਹਨੂੰ ਛਾਪਣ ਦੀ ਤਾਂ ਮੈਂ ਜ਼ਰੂਰ ਸਾਰਿਆਂ ਨੂੰ ਵੰਡਾਂਗਾ। ਕਿਉਂਕਿ ਅਸੀਂ ਮੈਮ ਨੂੰ ਮਿਲ ਸਕੀਏ, ਇਸ ਕਿਤਾਬ ਦੇ ਜ਼ਰੀਏ ਮਿਲ ਸਕੀਏ। ਨਹੀਂ, ਤੁਸੀਂ ਤਾਂ ਹੁਣ ਇੰਟਰਵਿਊ ਪੱਕੀ ਲੈ ਲਈ ਹੈ। ਅੱਛਾ, ਥੈਂਕ ਯੂ ਸੋ ਮਚ ਸਰ, ਤੁਸੀਂ ਸਾਨੂੰ ਸਮਾਂ ਦਿੱਤਾ। ਥੈਂਕ ਯੂ ਸੋ ਮਚ ਜੀ, ਮਿਹਰਬਾਨੀ ਜੀ। ਸੋ ਇਹ ਸੀਗੇ ਵਿਜੇ ਕੁਮਰਾ ਜੀ, ਜਿਨ੍ਹਾਂ ਨੇ ਆਪਣੇ ਲਾਈਫ ਬਾਰੇ, ਆਪਣੀ ਵਾਈਫ ਬਾਰੇ ਸਾਡੇ ਨਾਲ ਸ਼ੇਅਰ ਕੀਤਾ, ਤੇ ਇੱਕ ਮਿਸਾਲ ਹੈ ਜਿਨ੍ਹਾਂ ਨੇ ਸਟੈਚੂ ਬਣਾਇਆ ਉਹਨਾਂ ਦੀ ਯਾਦ ਦੇ ਵਿੱਚ ਤੇ ਆਪਣੇ ਨਾਲ ਜੋੜ ਕੇ ਰੱਖਿਆ ਉਹਨਾਂ ਨੂੰ, ਤੇ ਸਾਨੂੰ ਸਾਰਿਆਂ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਹੈ। ਤੇ ਮੈਨੂੰ ਦਿਓ ਇਜਾਜ਼ਤ, ਤੁਸੀਂ ਦੇਖ ਸਕਦੇ ਪੰਜਾਬੀ ਪੋਟਲੀ। ਥੈਂਕ ਯੂ ਸੋ ਮਚ।